प्रोग्राम गुरमत ज्ञान लाइव ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ। ਗਿਆਨੀ ਜੀ ਫਤਿਹ ਸਾਂਝ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पिछले हफ्ते तक ज्ञानी जी ने जो पौड़ी है जपजी साहब की पाताला पाताल लख आगासा आगास ये दो पौड़ियां दे जो अखरी अर्थ हैं अते व्याकरण की जो सेध है वो दी सी। इस हफ्ते इस प्रोग्राम का आगाज जो अगली पौड़ी है अंत ना सिफती कहन ना अंत उस तो किया जाता है। गुरु सवारी साध संगत जीओ, आप जी ने जपजी साहिब दियां दो पौड़ियां दी विचार श्रवण कीती है। लड़ीवार अज असी अगलेरी पौड़ी दी विचार आरंभ कर रहे हाँ, जिस विच गुरु नानक देव पातशाह जी का फरमान है कि असी वाहिगुरु अकाल पुरख दे गुण तां गायन कर सकते हैं। गुण गायन करते करते ਉਹਦੇ ਨਾਲ एक मिकता की अवस्था भी प्राप्त हो सकती है, पर अंत नहीं जान सकते। इसलिए गुरुदेव ने विशेष तौर पर इस पौड़ी में इस गल ते जोर दिता है कि अंत न सिफती कहन न अंत, अंत न करने देन न अंत, अंत न वेखण सुनन न अंत, अंत न जापै क्या मन मंत, अंत न जापै कीता आकार, अंत न जापै पारावार, अंत कारण केते बिल लाहे ताके अंत न पाए जाहे, एह अंत न जाने कोए बहुता कहिए बहुता होए, वड्डा साहिब ऊंचा थाऊं ऊंचे उपर ऊंचा नाऊं, ए वड ऊंचा होवे कोए तिस ऊंचे को जाने सोए, जे वड आप जाने आप आप नानक नदरी करमी दात। हमेशा वांगू दास समूह ਸਰੋਤਿਆਂ ਨੂੰ समूह पाठਕਾਂ ਨੂੰ ਇਹ ਬੇਨਤੀ ਕਰਿਆ ਕਰਦਾ ਹੈ कि गुरबाणी ਨੂੰ जितना प्यार ਵਿੱਚ ਭਿੱਜ ਕੇ ਪੜਾਂਗੇ और सही विश्राम दे के पढ़ांगे, गुरबाणी दे उतने ही अर्थ साडे हिरदे विच स्पष्ट हो जाएंगे। पर जदों असी पाठ करन वेले कई पासे ध्यान रखते हाँ और पाठ नूं रस्मी तौर ते जिसनूं असी तोता रटनी कहंदे हाँ बई फॉर्मैलिटी दे तौर ते पाठ कर लिया है, फिर सानू वो रस नहीं प्राप्त हो सकता। आप जी ने देखा होगा कि दास भी पाठ करता है, पर जेड़ा अखर जिस पासे लगता है उन्होंने उधर लाओ, जिथे विश्राम आउंदा है उत्थे विश्राम दिओ, किधरे अर्ध विश्राम आउंदा है किधरे अर्ध तो भी थले जंबुक देना पैंदा है। तो जितना इन्हां गल्लां नूं ध्यान विच रख के पाठ करांगे अर्थ अपने आप ही स्पष्ट होंदे चले जाएंगे। पर साडा नज़रिया उस परमात्मा दे गुण गायन करना है, ना कि उसका अंत पाउणा। महाराज कहते ने असी अंत पा भी किवें सकते, वो है सर्वज्ञ असी हाँ अल्पज्ञ। सर्वज्ञ का मतलब है सर्व ज्ञाता और अल्पज्ञ का मतलब है जिसका ज्ञान अल्प छोटा है, थोड़ा। साडा ते बहुत थोड़ा ज्ञान है। अल्पज्ञ सर्वज्ञ का ज्ञान तथा अंत किवें पा सकता। तो पातशाह कहते हैं अंत न सिफती
ਹੁਣ ਇਹਨੂੰ ਸਿਫਤੀ ਲਿਖਿਆ ਹੈ, ਪਰ ਇਹਦਾ ਉਚਾਰਨ ਸਿਫਤੀ ਕਰਨਾ ਪਵੇ। ਉਹਦੀਆਂ ਸਿਫਤਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਤਥਾ ਬੇਅੰਤ ਸਿਫਤਾਂ ਕਰਕੇ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਹਿਣ ਨਾਲ, ਕਹਿਣ ਦੇ ਨਾਲ ਇਹਨੂੰ ਸਿਆਰੀ ਹੈ। ਕਹਿਣ ਦੁਆਰਾ ਕੋਈ ਕਹੀ ਜਾਏ, ਦਿਨ ਰਾਤ ਕਹੀ ਜਾਏ, ਸਵੇਰ ਸ਼ਾਮ ਕਹੀ ਜਾਏ, ਫਿਰ ਵੀ ਅੰਤ ਨਹੀਂ ਪਾਇਆ ਜਾ ਸਕਦਾ। ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਬੇਅੰਤਤਾ ਨੂੰ ਸਮਝਿਆ, ਜਾਣਿਆ, ਉਹਨਾਂ ਨੇ ਤੇ ਕਿਹਾ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਆਖਿਆ, ਜੇ ਮੈਂ 7 ਸਮੁੰਦਰਾਂ ਦੀ ਸਿਆਹੀ ਬਣਾ ਲਵਾਂ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਵਾਂ, ਔਰ ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ, ਫਿਰ ਵੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਜਸ ਕੀਰਤੀ ਸ਼ੋਭਾ ਨਹੀਂ ਲਿਖੀ ਜਾ ਸਕਦੀ। ਤੋ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੰਦਿਸ਼ ਲਾ ਦਿੱਤੀ ਵੀ ਜੇ ਅਸੀਂ ਕਹੀਏ ਕਿ ਸਾਡੇ ਕਹਿਣ ਨਾਲ ਉਸ ਦਾ ਅੰਤ ਪਾਇਆ ਜਾਏਗਾ, ਇਹ ਨਹੀਂ ਪਾਇਆ ਜਾ ਸਕਦਾ। ਜਿਹੜਾ ਨੰਨਾ ਅੱਖਰ ਹੈ ਇਹਨੂੰ ਬਿਲਕੁਲ ਕਲੀਅਰ ਕਰ ਦਿੰਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ। ਕਰਨੇ ਤੋਂ ਮਤਲਬ ਹੈ ਜੋ ਉਸ ਵਾਹਿਗੁਰੂ ਅਕਾਲ ਪੁਰਖ ਨੇ ਕੀਤਾ ਹੈ, ਜੋ ਬਣਾਇਆ ਹੈ, ਜਿਤਨੀਆਂ ਚੀਜ਼ਾਂ ਉਸਨੇ ਬਣਾਈਆਂ ਹਨ, ਜਿਤਨੀ ਰਚਨਾ ਰਚੀ ਹੈ, ਜਿਤਨੇ ਉਸਨੇ ਜੀਵ ਜੰਤ ਪੈਦਾ ਕੀਤੇ ਹਨ, ਇਹ ਸਭ ਉਹਦੇ ਕਰਨਾ ਹੈ, ਉਹਦੀ ਕਿਰਤਮ ਹੈ। ਅਸੀਂ ਉਸ ਦਾ ਅੰਤ ਨਹੀਂ ਪਾ ਸਕਦੇ। ਅੰਤ ਨਾ ਕਰਨਾ ਦੇਣ ਨਾ ਅੰਤ। ਜੋ ਉਸਨੇ ਸਾਨੂੰ ਦਿੱਤਾ ਹੈ, ਜਿੰਨੀਆਂ ਉਸਨੇ ਸਾਨੂੰ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਉਹਨਾਂ ਦਾ ਅੰਤ ਵੀ ਅਸੀਂ ਨਹੀਂ ਪਾ ਸਕਦੇ। ਮਤਲਬ ਕਹਿਣ ਤੋਂ ਕਿਸੇ ਪਾਸਿਓਂ ਵੀ ਅਸੀਂ ਉਸ ਦਾ ਅੰਤ ਅਖੀਰ ਨਹੀਂ ਜਾਣ ਸਕਦੇ। ਅੰਤ ਨ ਵੇਖਣ ਸੁਣਨ ਨ ਅੰਤ। ਆਖਿਆ, ਜੇ ਕੋਈ ਬਹੁਤ ਵੇਖ ਲੈਂਦਾ ਹੈ, ਕੋਈ ਕਹਿੰਦਾ ਮੈਂ ਇਤਨੇ ਕੰਟਰੀ ਘੁੰਮ ਆਇਆ ਹਾਂ, ਮੈਂ ਇਤਨਾ ਇਲਾਕਾ ਘੁੰਮ ਲਿਆ ਹੈ, ਕੀ ਉਸਨੇ ਸਾਰਾ ਕੁਝ ਦੇਖ ਲਿਆ? ਨਹੀਂ, ਨਹੀਂ, ਬਹੁਤ ਕੁਝ ਦੇਖ ਕੇ ਵੀ ਕੁਝ ਨਹੀਂ ਦੇਖਿਆ। ਔਰ ਉਸ ਦੇ ਸੰਬੰਧ ਵਿੱਚ ਸੁਣਨ, ਆਮ ਲੋਕ ਆਪਣੀ ਸਹੂਲਤ ਲਈ ਇਸ ਦਾ ਉਚਾਰਨ ਸੁਣਨ ਕਰ ਦਿੰਦੇ ਹਨ, ਪਰ ਦੋ ਨਾਣੇ ਹੋਣ ਕਰਕੇ ਇਸ ਦਾ ਉਚਾਰਨ ਸੁਣਨ ਕਰਨਾ। ਸੁਣਨ ਥੋੜਾ ਜਿਹਾ ਨਾਣਾ ਅੱਖਰ ਬੋਲਣ ਵਿੱਚ ਕਠਿਨਾਈ ਆਉਂਦੀ ਹੈ, ਕਿਉਂਕਿ ਸਟੂਡੈਂਟਸ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਜਿਵੇਂ ਨੰਗਾ ਅੱਖਰ ਹੈ, ਨਾਣਾ ਅੱਖਰ ਹੈ, ਇਹ ਬੋਲਣ ਵਿੱਚ ਕਠਿਨਾਈ ਆਉਂਦੀ ਹੈ। ਪਹਿਲੇ ਸਕੂਲਾਂ ਦੇ ਅੰਦਰ ਉਸਤਾਦ ਲੋਕ ਬੜੀ ਮਿਹਨਤ ਕਰਦੇ ਸਨ ਔਰ ਹਰ ਅੱਖਰ ਨੂੰ ਬੋਲਾਉਣ ਵਾਸਤੇ ਸਹਾਇਤਾ ਕਰਦੇ ਸਨ ਵਿਦਿਆਰਥੀ ਦੀ। ਪਰ ਅੱਜ ਮੈਂ ਦੇਖਦਾ ਹਾਂ ਕਿ ਉਸਤਾਦਾਂ ਵੱਲੋਂ ਐਸੀ ਸਹੂਲਤ ਨਹੀਂ ਦਿੱਤੀ ਜਾਂਦੀ। ਭਾਵ ਖਾਣਾ ਪੂਰਤੀ ਕੀਤੀ ਜਾਂਦੀ ਹੈ, ਇਹਨੂੰ ਆਉਂਦਾ ਹੈ ਜਾਂ ਨਹੀਂ ਆਉਂਦਾ, ਚਲੋ ਮਗਰੋਂ ਲਾਓ। ਪਰ ਨਹੀਂ, ਅਸੀਂ ਗੁਰਬਾਣੀ ਨੂੰ ਪੜ੍ਹਨਾ ਹੈ ਪਿਆਰ ਨਾਲ। ਹੁਣ ਇੱਥੇ ਅੱਖਰ ਸੁਣਨ ਵਰਤਿਆ ਹੈ। ਸੁਣਨ ਦੇ ਨਾਣੇ ਨੂੰ ਸਿਆਰੀ ਹੈ, ਵੇਖਣ ਦੇ ਨਾਣੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਨਾ ਤਾਂ ਸਾਰੀ ਦੁਨੀਆ ਨੂੰ ਵੇਖਣ ਕਰਕੇ ਵੇਖਣ ਦਾ ਅੰਤ ਪਾਇਆ ਜਾ ਸਕਦਾ, ਤਥਾ ਉਸ ਵਾਹਿਗੁਰੂ ਦੀ ਸਾਰੀ ਰਚਨਾ ਨੂੰ ਅਸੀਂ ਦਾਵਾ ਨਹੀਂ ਕਰ ਸਕਦੇ ਕਿ ਅਸੀਂ ਵੇਖ ਲਿਆ, ਤੇ ਨਾ ਹੀ ਉਸ ਦੇ ਸੰਬੰਧ ਵਿੱਚ ਸੁਣਦਿਆਂ ਅਸੀਂ ਕਹਿ ਸਕਦੇ ਹਾਂ ਅਸੀਂ ਸਭ ਕੁਝ ਸੁਣ ਲਿਆ। ਹਾਲੀ ਸੁਣਨ ਵਾਲਾ ਹੋਰ ਬਹੁਤ ਕੁਝ ਬਾਕੀ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਇਹਦੇ ਨਾਲ ਵੀ ਅੰਤ ਨਹੀਂ ਪਾਇਆ ਜਾਂਦਾ। ਅੰਤ ਨਾ ਜਾਪੈ ਕਿਆ ਮਨ ਮੰਤ। ਹੁਣ ਮਨ ਦੇ ਨੰਨੇ ਨੂੰ ਸਿਆਰੀ ਹੈ, ਜਿਹਦਾ ਅਰਥ ਕਰਾਂਗੇ ਮਨ ਵਿੱਚ। ਮੰਤ ਦਾ ਮਤਲਬ ਹੈ ਮੰਤਰ, ਮੰਤਰਨਾ। ਉਹਦੀ ਕੀ ਇੱਛਾ ਹੈ, ਉਹ ਵਾਹਿਗੁਰੂ ਅਕਾਲ ਪੁਰਖ ਅਗਲੀ ਘੜੀ ਕੀ ਕਰਨਾ ਚਾਹੁੰਦਾ ਹੈ। ਅੰਤ ਨਾ ਜਾਪੈ, ਸਾਨੂੰ ਉਸ ਦਾ ਵੀ ਅੰਤ ਨਹੀਂ ਜਾਪ ਸਕਦਾ, ਭਾਵ ਨਹੀਂ ਅਨੁਭਵ ਹੁੰਦਾ, ਨਹੀਂ ਹੋ ਸਕਦਾ ਕਿ ਉਹਦੇ ਅੰਦਰ ਕੀ ਹੈ। ਅਸੀਂ ਸੋਚ ਲੈਂਦੇ ਹਾਂ ਅਸੀਂ ਸਵੇਰੇ ਉੱਠ ਕੇ ਫਲਾਣੇ ਪਾਸੇ ਜਾਵਾਂਗੇ, ਬਾਣੀ 'ਚ ਹਰ ਗੱਲ ਦਾ ਜਵਾਬ ਹੈ,
ਮਨੁੱਖ ਰਾਤ ਨੂੰ ਪ੍ਰੋਗਰਾਮ ਤਿਆਰ ਕਰਦਾ ਹੈ ਕਿ ਮੈਂ ਦਿੱਲੀ ਜਾਵਾਂਗਾ, ਪਰ ਸਵੇਰ ਹੁੰਦਿਆਂ ਸਾਰ ਕੋਈ ਹੋਰ ਪ੍ਰੋਗਰਾਮ ਬਣ ਜਾਂਦਾ। ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਹੋਣਾ ਤਾਂ ਉਹ ਹੈ ਜੋ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਅਸੀਂ ਲੋਕ ਆਪਣੀ ਸਿਆਣਪ ਦੇ ਨਾਲ ਬੜਾ ਕੁਝ ਪ੍ਰੋਗਰਾਮ ਉਲੀਕਦੇ ਹਾਂ, ਪਰ ਸਾਡੇ ਚਿਤਵਿਆਂ ਕਦੇ ਹੋਇਆ ਨਹੀਂ ਕੁਝ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਅਸੀਂ ਕੁਝ ਹੋਰ ਚਿਤਵਿਆ ਸੀ, ਪਰ ਔਰੇ ਕੀ ਔਰੇ ਭਈ, ਪਰਮੇਸ਼ਵਰ ਦਾ ਹੁਕਮ ਕੁਝ ਹੋਰ ਸੀ, ਕੁਝ ਹੋਰ ਬਣ ਗਿਆ। ਤੋ ਸਾਨੂੰ ਪਤਾ ਹੀ ਨਹੀਂ ਕਿ ਉਹਦੇ ਅੰਦਰ ਕੀ ਹੈ, ਉਹ ਅਗਲੇ ਪਲ ਕੀ ਕਰਨਾ ਚਾਹੁੰਦਾ। ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਆਕਾਰ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਜੋ ਰਚਨਾ ਰਚੀ ਗਈ ਹੈ, ਜੋ ਸਾਨੂੰ ਅੱਖਾਂ ਨਾਲ ਨਜ਼ਰ ਆਉਂਦਾ ਹੈ, ਪਰ ਸਭ ਕੁਝ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਕਈ ਚੀਜ਼ਾਂ ਸਾਨੂੰ ਕੰਨਾਂ ਵਿੱਚ ਆਵਾਜ਼ ਸੁਣਾਈ ਦਿੰਦੀ, ਅੱਖਾਂ ਨਾਲ ਨਹੀਂ ਦਿਖਾਈ ਦਿੰਦੀ। ਸੁਗੰਧੀ ਫੁੱਲ ਵਿੱਚੋਂ ਆਉਂਦੀ ਹੈ, ਅਸੀਂ ਨੱਕ ਰਾਹੀਂ ਮਹਿਸੂਸ ਕਰਦੇ ਹਾਂ, ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਹਵਾ ਚਲਦੀ ਹੈ, ਠੰਡੀ ਵੀ ਚਲਦੀ ਹੈ, ਤੱਤੀ ਵੀ ਚਲਦੀ ਹੈ, ਸਾਡੇ ਸਰੀਰ ਨੂੰ ਸਪਰਸ਼ ਤੇ ਹੁੰਦਾ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਤੋ ਮਹਾਰਾਜ ਕਹਿੰਦੇ ਨੇ, ਭਾਈ ਇਸ ਤਰ੍ਹਾਂ ਅਸੀਂ ਉਸ ਪਰਮਾਤਮਾ ਦੀ ਕੀਤੀ ਹੋਈ ਰਚਨਾ ਨੂੰ, ਉਹਦੇ ਜੋ ਆਕਾਰ ਹਨ, ਜੋ ਉਸਨੇ ਬਣਾਇਆ ਹੈ, ਅਸੀਂ ਉਹਦਾ ਵੀ ਅੰਤ ਨਹੀਂ ਪਾ ਸਕਦੇ। ਅੰਤ ਕਾਰਨ ਕੇਤੇ ਬਿਲ ਲਾਹੇ, ਉਸ ਦਾ ਅੰਤ ਜਾਣਨ ਵਾਸਤੇ ਅਨੇਕਾਂ ਹੀ ਲੋਕ ਬਿਲ ਰਹੇ ਨੇ। ਅਸੀਂ ਕਹਾਂਗੇ ਵਿਆਕੁਲ ਹੋ ਰਹੇ ਨੇ, ਬਿਲਾ ਰਹੇ ਨੇ, ਯਤਨਸ਼ੀਲ ਹੋ ਰਹੇ ਨੇ ਵੀ ਅਸੀਂ ਉਸ ਦਾ ਅੰਤ ਪਾ ਲਈ। ਦੇਖੋ ਧਿਆਨ ਮਾਰ ਕੇ, ਸਾਇੰਸ ਦੇ ਯੁੱਗ ਵਿੱਚ ਕੋਈ ਚੰਦਰਮਾ ਤੇ ਪਹੁੰਚ ਰਿਹਾ ਹੈ, ਕੋਈ ਸੂਰਜ ਤੇ ਪਹੁੰਚ ਰਿਹਾ ਹੈ, ਕੋਈ ਕਿਸੇ ਤਰ੍ਹਾਂ ਦੀ ਖੋਜ ਕਰ ਰਿਹਾ, ਪਰ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਇਸ ਤੋਂ ਅੱਗੇ ਕੁਝ ਨਹੀਂ ਹੈ, ਕਿਉਂਕਿ ਉਸ ਵਾਹਿਗੁਰੂ ਦੀ ਬੇਅੰਤ ਰਚਨਾ ਦਾ ਅਸੀਂ ਲੋਕ ਅੰਤ ਨਹੀਂ ਪਾ ਸਕਦੇ। तो महाराज ने ठीक लिखा, अंत कारण, अंत जानने वास्ते केते बिल लाहे, कितने ही बिलक रहे ने, कितने ही बेहाल हो रहे ने, कितने ही यत्नशील ने, पर ताके अंत न पाए जाहे। हुण अंत दा तत्ता जो है वो मुक्ता है। ये बहुवचन बन गया, भाव उसकी ना वेख के अंत पाया जा सकता है, ना सिफतां करके पाया जा सकता है, ना उहदियां दित्तियां दातां नूं गिणिया जा सकता है, ना उहदे अंदर की है, अगले पालों की करना चाहुंदा है, कोई नहीं जान। तो इसलिए फैसला हो गया, ताके अंत न पाए जाए। हुण महाराज कहंदे ने यह अंत, हुण कुछ वीर इस नूं इहो पढ़न दे उत्ते हठ कर रहे हैं। मैं हमेशा हथ जोड़ के बेनती करया करदा कि हठ नहीं करना। गुरु की गल नूं समझण वास्ते गुरु पातशाह कोलों ही पुछना है, हठ नहीं करना। हठ करन नाल फिर साडी अपनी हौमे शामिल हो जाती है, ते गुरु घर विच हठ योग नूं रंचक मात्र भी थां नहीं है। इत्थे तां निमरता नाल, प्रेमा भगती नाल असी गुरु कोलों कुछ जानना है। इहो उत्थे पढ़िया जाएगा जिथे हाय नूं होड़ा होवे। जिमें कि जपजी साहब चों ही सेध मिलेगी धर्म खंड का एहो धर्म, पर इत्थे जिहड़ा हाय नूं औंकड़ है, इस नूं होड़ा नहीं बनाउणा। ये विशेष गल कही जा रही है, ये अंत, ये जिस अंत दा प्रकरण शुरू होया ना, ये अंत ना जाने कोई, ये भाई कोई नहीं जान सकता। क्यों? बहुता कहीए बहुता होए। जिन्ना क असी कहांगे वो बहुत ज़्यादा है, वड्डा है, उस तो भी वड्डा है, क्योंकि असी उससे अखीर ते पहुँच नहीं सकते। रोज़ पढ़ते हैं, रंगी रंगी भांति कर कर जिनसी माया जिन उपाई। पता नहीं कितने रंगां विच, पता नहीं किन्ने नावां विच, पता नहीं किन्नियां जिनसां विच उसने सृष्टि पैदा की है, कौन दसेगा। सब सुरती मिल सुरत कमाई, सब कीमत मिल कीमत पाई। ज्ञानी ध्यानी गुर गुर हाई, कहन न जाई तेरी तिल वड्याई। आख्या जितना असी उसनूं बहुत कहांगे उस तो भी अगे होर है, क्योंकि असी कोई लीक नहीं खिंच सकते।
ਅਸੀਂ ਕੋਈ ਇਸ ਤਰ੍ਹਾਂ ਦੀ ਸੀਮਾ ਹੱਦ ਬਾਉਂਡਰੀ ਨਹੀਂ ਬਣਾ ਸਕਦੇ ਕਿ ਇਹਦੋਂ ਅੱਗੇ ਕੁਝ ਨਹੀਂ ਹੈਗਾ, ਉਸ ਤੋਂ ਅੱਗੇ ਵੀ ਬਹੁਤ ਕੁਝ ਹੈ। ਜੇ ਅਸੀਂ ਨਹੀਂ ਜਾਣਿਆ ਤਾਂ ਇਹ ਸਾਡੀ ਬੁੱਧੀ ਦੀ ਸੀਮਾ ਹੈ, ਪਰ ਉਸ ਦੀ ਕੋਈ ਸੀਮਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨੇ ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਕਈ ਲੋਕ ਆਪਣੀ ਮਰਜ਼ੀ ਨਾਲ ਇਸ ਤੇ ਅਰਥ ਕਰ ਲੈਂਦੇ ਜੀ, ਬਹੁਤਾ ਆਖੋ ਧਨ ਬਹੁਤਾ ਆ ਜਾਂਦਾ ਹੈਗਾ। ਇਹ ਸਾਡੀ ਆਪਣੀ ਹੀ ਸੋਚ ਹੈ। ਜਿਹੜਾ ਪ੍ਰਕਰਨ ਚੱਲ ਰਿਹਾ ਹੈ ਉਸ ਪ੍ਰਕਰਨ ਵਿੱਚ ਸਾਨੂੰ ਕੋਈ ਆਪਣੇ ਕੋਲੋਂ ਮਿਲਾਵਟ ਨਹੀਂ ਕਰਨੀ ਚਾਹੀਦੀ। ਜੇ ਅਸੀਂ ਗੁਰੂ ਦੇ ਆਸ਼ੇ ਨੂੰ ਸਮਝਣਾ ਚਾਹੁੰਦੇ ਹਾਂ, ਜੇ ਅਸੀਂ ਆਪਣੇ ਅੰਦਰ ਪਰਮਾਤਮਾ ਦੀ ਬੇਅੰਤਤਾ ਦਾ ਗੁਣ ਧਾਰਨ ਕਰਨਾ ਚਾਹੁੰਦੇ ਹਾਂ, ਫਿਰ ਸਾਨੂੰ ਆਪਣੀ ਮਰਜ਼ੀ ਦੇ ਅਰਥ ਨਹੀਂ ਬਣਾਉਣੇ ਚਾਹੀਦੇ। ਤੋ ਮਹਾਰਾਜ ਕਹਿ ਰਹੇ ਨੇ ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ। ਉਹ ਵਾਹਿਗੁਰੂ ਅਕਾਲ ਪੁਰਖ ਬਹੁਤ ਹੀ ਵੱਡਾ, ਉਹਦਾ ਥਾਂ, ਉਹਦਾ ਟਿਕਾਣਾ, ਉਹਦਾ ਅਸਥਾਨ ਵੀ ਬਹੁਤ ਵੱਡਾ ਹੈ। ਔਰ ਉੱਚੇ ਉੱਪਰ ਉੱਚਾ ਨਾਉ, ਆਖਿਆ ਜਿਤਨਾ ਉਹ ਵੱਡਾ ਹੈ ਉਸ ਤੋਂ ਉਸ ਦਾ ਨਾਮਣਾ ਉਦੋਂ ਵੀ ਵੱਡਾ ਹੈ, ਉਹਦੀ ਵਡਿਆਈ ਉਸ ਤੋਂ ਵੀ ਵੱਡੀ ਹੈ। ਅਸੀਂ ਸਭ ਕੁਝ ਕਹਿ ਕੇ ਵੀ ਦਾਵਾ ਨਹੀਂ ਕਰ ਸਕਦੇ ਕਿ ਅਸੀਂ ਸਭ ਕੁਝ ਕਹਿ ਲਿਆ, ਹਾਲੀ ਬਹੁਤ ਕੁਝ ਕਹਿਣ ਵਾਲਾ ਬਾਕੀ ਹੈ। ਅਖੀਰ ਵਿੱਚ ਮਹਾਰਾਜ ਇਸ ਨੂੰ ਵਾਈਂਡ ਅਪ ਕਰਦੇ ਨੇ, ਕਹਿੰਦੇ ਇਹ ਵੱਡ ਉੱਚਾ ਹੋਵੇ ਕੋਏ। ਇਹ ਵੱਡ ਦਾ ਮਤਲਬ ਹੈ ਏਡਾ ਵੱਡਾ, ਜਿੱਡਾ ਵੱਡਾ ਪਰਮਾਤਮਾ ਹੈ ਓਡਾ ਵੱਡਾ ਕੋਈ ਹੋਵੇ ਫਿਰ ਤਾਂ ਉਹ ਦੱਸ ਸਕਦਾ, ਪਰ ਉਹਦੇ ਨਾਲ ਵੱਡਾ ਹੋਰ ਕੋਈ ਹੈ ਨਹੀਂ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਉਸ ਉੱਚੇ ਪਰਮਾਤਮਾ ਨੂੰ ਸੋਏ ਦਾ ਮਤਲਬ ਉਹ ਮਨੁੱਖ, ਉਹ ਵਿਅਕਤੀ ਹੀ ਜਾਣ ਸਕਦਾ ਹੈ। ਪਰ ਮੈਂ ਦੇਖਿਆ ਲੋਕ ਬਹੁਤ ਗੁਸਤਾਖੀ ਕਰਦੇ ਹਨ। ਕਈਆਂ ਨੇ ਅਰਥ ਬਣਾ ਲਏ, ਜਿਵੇਂ ਮਹਾਰਾਜ ਨੇ ਤੇ ਕਿਹਾ ਵੀ ਜੇ ਕੋਈ ਦੂਸਰ ਹੋਏ ਤਾਂ ਸੋਝੀ ਪਾਏ। ਨਾ ਅਗਲੀ ਪੰਕਤੀ ਪੜ੍ਹੀ, ਨਾ ਪਿਛਲੀ ਪੜ੍ਹੀ, ਨਾ ਪ੍ਰਕਰਨ ਪੜ੍ਹਿਆ। ਦੇਹਧਾਰੀ ਗੁਰੂਆਂ ਦੇ ਚੇਲਿਆਂ ਨੇ ਇਸ ਪੰਕਤੀ ਨੂੰ ਆਧਾਰ ਬਣਾ ਲਿਆ ਜੀ, ਬਾਣੀ ਵਿੱਚ ਲਿਖਿਆ ਦੂਸਰ ਹੋਏ ਤਾਂ ਸੋਝੀ ਪਾਏ। ਉਹਦਾ ਮਤਲਬ ਹੈ ਜੇ ਉਹਦੇ ਵਰਗਾ ਦੂਜਾ ਕੋਈ ਹੋਵੇ, ਉਹਦੇ ਜਿੱਡਾ ਵੱਡਾ ਕੋਈ ਹੋਵੇ ਤਾਂ ਕੋਈ ਸੋਝੀ ਦੇ ਸਕਦਾ, ਪਰ ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨੇ ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਲਓ ਹੁਣ ਫੈਸਲਾ ਦੇਣ ਲੱਗੇ ਹਨ। ਜੇ ਵੱਡ ਆਪ ਜਾਣੇ ਆਪ, ਜਿਤਨਾ ਵੱਡਾ ਵਾਹਿਗੁਰੂ ਹੈ ਉਹ ਆਪ ਹੀ ਜਾਣਦਾ ਮੈਂ ਕਿਤਨਾ ਵੱਡਾ ਹਾਂ। ਮੈਂ ਕਿਤਨਾ ਵੱਡਾ ਹਾਂ ਉਹੀ ਜਾਣਦਾ, ਅਸੀਂ ਨਹੀਂ ਜਾਣ ਸਕਦੇ। ਰੋਜ਼ ਅਸੀਂ ਅਰਦਾਸ ਤੇ ਕਰਦੇ ਹਾਂ ਕਿ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਇੱਥੇ ਬੜਾ ਟੁਕਦਾ ਹੈ। ਉਹ ਕਹਿੰਦੇ ਨੇ ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇਂ ਸੇ। ਲਓ ਸਾਧ ਸੰਗਤ, ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨੇ ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ, ਆਪਣੇ ਬਾਰੇ ਉਹ ਆਪ ਹੀ ਜਾਣਦਾ ਹੈ। ਜਿੱਡਾ ਵੱਡਾ ਉਹ ਹੈ ਉਹੀ ਜਾਣਦਾ ਕਿ ਮੈਂ ਕਿਤਨਾ ਵੱਡਾ ਹਾਂ। ਹਾਂ, ਇੱਕ ਗੱਲ ਸਤਿਗੁਰੂ ਸਾਡਾ ਭੁਲੇਖਾ ਦੂਰ ਕਰਦੇ ਨੇ, ਉਹ ਹਰ ਜਗਿਆਸੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਚਾਹੀਦਾ। ਤੁਸੀਂ ਆਖੋਗੇ ਕਿ ਅਸੀਂ ਆਪਣੇ ਯਤਨਾਂ ਨਾਲ ਇਸ ਕਾਰਜ ਵਿੱਚ ਸਫਲ ਨਹੀਂ ਹੋ ਸਕਦੇ। ਨਾਨਕ ਨਦਰੀ ਕਰਮੀ ਦਾਤ। ਹੁਣ ਦੋ ਅੱਖਰ ਆਏ ਨੇ, ਨਦਰੀ ਕਰਮੀ। ਕਰਮੀ ਦਾ ਮਤਲਬ ਹੈ ਬਖਸ਼ਿਸ਼, ਮਿਹਰ ਦੀ ਨਜ਼ਰ ਨਾਲ, ਜਿਸ ਨੂੰ ਉਰਦੂ ਵਾਲੇ ਨਜ਼ਰੇ ਅਨਾਇਤ ਕਹਿੰਦੇ ਨੇ। ਮਿਹਰ ਦੀ ਨਜ਼ਰ, ਜੇ ਉਸ ਦੀ ਬਖਸ਼ਿਸ਼ ਹੋ ਜਾਏ, ਉਹ ਕਿਸੇ ਦੀ ਝੋਲੀ ਵਿੱਚ ਇਹ ਦਾਤ ਪਾ ਦੇਵੇ ਤਾਂ ਉਹਦਾ ਰੂਪ ਤੇ ਬਣ ਸਕਦਾ ਹੈ। ਕਿਉਂਕਿ ਅਸੀਂ ਪਿਛਲੀ ਪੌੜੀ ਵਿੱਚ ਇਸ ਨੂੰ ਚੰਗੀ ਤਰ੍ਹਾਂ ਖੋਲਿਆ ਤੇ ਵਿਚਾਰਿਆ ਸੀ ਕਿ ਨਦੀਆਂ ਅਤੈਵਾ ਪਵੇਂ ਸਮੁੰਦ ਨਾ ਜਾਣੀਏ। ਨਦੀਆਂ ਤੇ ਨਾਲੇ ਸਮੁੰਦਰ ਵਿੱਚ ਜਾ ਕੇ ਡਿੱਗਦੇ ਹਨ ਔਰ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ, ਪਰ ਉਹ ਇਹ ਦੱਸਣ ਦੀ ਸਮਰੱਥਾ ਨਹੀਂ ਰੱਖਦੇ ਕਿ ਸਮੁੰਦਰ ਕਿੱਡਾ ਵੱਡਾ।
ਤੋ ਸਤਿਗੁਰੂ ਜੀ ਨੇ ਸਾਨੂੰ ਉਹਦੀ ਸਿਫਤ ਸਲਾਹ ਕਰਨ ਲਈ ਤੇ ਪ੍ਰੇਰਿਆ, ਉਹਦੇ ਗੁਣ ਗਾਉਣ ਲਈ ਤੇ ਪ੍ਰੇਰਿਆ, ਪਰ ਉਸ ਦਾ ਅੰਤ ਪਾਉਣ ਵਾਲੇ ਰਸਤੇ ਪੈਣ ਤੋਂ ਰੋਕਿਆ। ਆਖਿਆ ਇਹ ਕਾਰਜ ਤੁਸੀਂ ਕਰ ਨਹੀਂ ਸਕੋਗੇ, ਐਵੇਂ ਸਮਾਂ ਅਜਾਈ ਕਿਉਂ ਗਵਾਉਂਦੇ ਹੋ। ਤੋ ਇਸ ਪੌੜੀ ਅੰਦਰ ਗੁਰਦੇਵ ਨੇ ਜੋ ਬਖਸ਼ਿਸ਼ ਕੀਤੀ ਹੈ ਇਹਨੂੰ ਫਿਰ ਇੱਕ ਵਾਰੀ ਸੁਣੋ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੇ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਪਾਰਾਵਾਰ ਦਾ ਮਤਲਬ ਹੁੰਦਾ ਪਰਲਾ ਪਾਸਾ ਤੇ ਉਰਲਾ ਪਾਸਾ। ਜਿਸ ਚੀਜ਼ ਦਾ ਉਰਲਾ ਤੇ ਪਰਲਾ ਨਾ ਜਾਣਿਆ ਜਾਏ ਅਸੀਂ ਕਹਿੰਦੇ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ न ਪਾਏ ਜਾਹੇ। ਇੱਥੇ ਅੰਤ ਬਹੁਵਚਨ ਹੈ, ਇਸ ਲਈ ਜਾਹੇ ਪੜਨਾ, ਇਸ ਨੂੰ ਜਾਏ ਨਹੀਂ ਕਹਿਣਾ। ਜਾਏ ਤਾਂ ਹੋਵੇਗਾ ਜੇ ਈੜੀ ਨੂੰ ਸਿਆਰੀ ਹੋਵੇਗੀ। ਤਾਂ ਕਿ ਅੰਤ न ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਊਚਾ ਥਾਉ, ਊਚੇ ਉੱਪਰ ਊਚਾ ਨਾਉ। ਇਹ ਵੱਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਅਖਰੀ ਅਰਥ ਅਤੇ ਵਿਆਕਰਣ ਅਰਥ ਸਮਝਾਏ ਨੇ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ। ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ।